मेरा नाम रीटा है। मैं एक गरीब परिवार ਦੀ ਧੀ ਸੀ। ਮੇਰੇ ਮੰਮੀ ਡੈਡੀ ਮਿਹਨਤ ਮਜ਼ਦੂਰੀ ਕਰਦੇ ਤਾਂ ਸਾਨੂੰ 2 ਟਾਈਮ ਦੀ ਰੋਟੀ ਨਸੀਬ ਹੁੰਦੀ। मैं 8ਵੀਂ ਕਲਾਸ ਵਿੱਚ ਪੜ੍ਹਦੀ ਸੀ ਤਾਂ ਮੇਰੀ ਮਾਂ ਨੇ ਮੈਨੂੰ ਪੜ੍ਹਨੋਂ ਹਟਾ ਕੇ ਆਪਣੇ ਨਾਲ ਕੰਮ ਤੇ ਲਾ ਲਿਆ। ਮੇਰੀ ਮਾਂ ਜਿੱਥੇ ਕੰਮ ਕਰਦੀ ਸੀ ਉਹ ਬਹੁਤ ਵੱਡਾ ਬੰਗਲਾ ਸੀ ਤੇ ਉਹ ਲੋਕ ਬਹੁਤ ਅਮੀਰ ਸੀ। मैं भी माँ दे नाल उस बंगले विच काम करना शुरू कर दिता। ਉਹ घर विच 3 मैंबर ही रहिंदे सन, अंकल आंटी ते उन्हां दी बेटी जोत। मेरा काम झाड़ू पोचा करना सी। मैं जदों अपना काम करके वेली हुंदी तां मैनू जोत अपने कमरे विच लै जांदी ते मेरे नाल बहुत सारियां गल्लां करदी। ਉਹ मैनू अपने फोन ते बहुत कुछ दिखाउंदी। इस तरह असीं गूढ़ियां सहेलियां बन गईयां। कदे कदे तां ਉਹ मैनू काम भी ना करन दिंदी ते मेरी बांह फड़ के बैठण लई मजबूर कर दिंदी। ਉਹ अपने कपड़े भी मैनू दिंदी जो कि 2-4 वार ही पाए हुंदे सी। मैनू बहुत खुशी हुंदी सोहणे सोहणे कपड़े पा के। ਉਹ मैनू कहंदी तूं इन्नी खूबसूरत हाँ कि शायद तैनू तां पता भी नहीं इस बारे। जे किते रब मैनू तेरे जिन्ना हुसन दिंदा तां फिर गल ही होर होनी सी। एक दिन मेरे डैडी दे काम करते टाइम सट लग गई सी ते असी उस नूं हस्पताल लै गए पर डॉक्टरां ने उस दी लत्त कट दित्ती। हुण मेरी ते माँ दी कमाई दे नाल घर दा गुजारा चलाउणा मुश्किल हो गया सी। एक दिन जदों असी उस बंगले विच काम करन गए तां मेरी माँ मालकां सामने बहुत रोई ते कहंदी मेरी तनख्वाह वधा दिओ, मेरे घर वाले दी लत्त कट्टी गई है ਤੇ ਸਾਡੇ घर ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਹੈ। ਉਹਨਾਂ ਨੇ ਮਹੀਨੇ ਦਾ 500 ਰੁਪਇਆ ਵਧਾ ਦਿੱਤਾ ਪਰ ਇੰਨੇ ਨਾਲ ਵੀ ਸਾਨੂੰ ਕੋਈ ਬਹੁਤਾ ਫਰਕ ਨਾ ਪਿਆ। ਇੱਕ ਦਿਨ ਮੈਨੂੰ ਜੋਤ ਨੇ ਕਿਹਾ ਅੱਜ ਤੂੰ ਮੇਰੀ ਨਵੀਂ ਡਰੈਸ ਪਾਈ, ਮੈਂ ਤੇਰੀਆਂ ਫੋਟੋ ਖਿੱਚਣੀਆਂ। ਮੈਂ ਕਿਹਾ ਮੇਰੀ ਫੋਟੋ ਖਿੱਚ ਕੇ ਕੀ ਕਰਨੀਆਂ? ਉਹ ਕਹਿੰਦੀ ਤੈਨੂੰ ਬਾਅਦ ਵਿੱਚ ਦੱਸਾਂਗੀ। ਮੈਂ ਉਸ ਦੀ ਡਰੈਸ ਪਾ ਲਈ। ਉਸਨੇ ਮੇਰੇ ਮੇਕਅਪ ਕਰ ਦਿੱਤਾ ਤੇ ਮੇਰਾ ਹੇਅਰ ਸਟਾਈਲ ਬਣਾ ਦਿੱਤਾ ਤੇ ਹੁਣ ਉਸ ਨੇ ਮੇਰੀਆਂ 6-7 ਫੋਟੋ ਖਿੱਚੀਆਂ। ਜਦ ਮੈਂ ਆਪਣੀਆਂ ਫੋਟੋ ਦੇਖੀਆਂ ਤਾਂ ਮੈਨੂੰ ਵੇਖ ਕੇ ਹੈਰਾਨੀ ਰਹਿ ਗਈ ਕਿ ਮੈਂ ਸੱਚਮੁੱਚ ਇੰਨੀ ਖੂਬਸੂਰਤ ਹਾਂ। ਉਹਨੇ ਮੈਨੂੰ ਦੱਸਿਆ ਕਿ ਇੱਕ ਸਾਊਦੀ ਅਰਬ ਦਾ ਮੁੰਡਾ ਹੈ ਤੇ ਉਹ ਬਿਰਧ ਆਸ਼ਰਮ ਚਲਾ ਰਿਹਾ ਹੈ ਤਾਂ ਬਜ਼ੁਰਗਾਂ ਦੀ ਦੇਖਭਾਲ ਲਈ ਬਹੁਤ ਸਾਰੀਆਂ ਕੁੜੀਆਂ ਨੂੰ ਨੌਕਰੀ ਦੇ ਰਿਹਾ ਹੈ ਤੇ ਤੂੰ ਜਾਣ ਕੇ ਹੈਰਾਨ ਹੋਵੇਂਗੀ ਕਿ 1 ਮਹੀਨੇ ਦੀ ਤਨਖਾਹ 6 ਲੱਖ ਰੁਪਏ ਹੈ। ਤੂੰ ਆਪਣੇ ਘਰ ਗੱਲ ਕਰ, ਅਗਰ ਮੰਮੀ ਮੰਨ ਗਏ ਤਾਂ ਮੈਂ ਤੇਰਾ ਪਾਸਪੋਰਟ ਬਣਾ ਕੇ ਤੈਨੂੰ ਉੱਥੇ ਭੇਜ ਦੇਵਾਂਗੀ। ਜਦ ਮੈਂ ਘਰੇ ਗੱਲ ਕੀਤੀ ਤਨਖਾਹ ਸੁਣ ਕੇ ਤਾਂ ਮੰਮੀ ਨੂੰ ਚਾਅ ਚੜ ਗਿਆ ਪਰ ਮੈਨੂੰ ਇਕੱਲੀ ਨੂੰ ਭੇਜਣ ਦੀ ਗੱਲ ਸੁਣ ਕੇ ਉਹ ਘਬਰਾ ਰਹੀ ਸੀ। ਮੈਂ ਕਿਹਾ ਮੰਮੀ ਜੋਤ ਆਪਣੀ ਜ਼ਿੰਮੇਵਾਰੀ ਤੇ ਮੈਨੂੰ ਭੇਜ ਰਹੀ ਹੈ, ਕੋਈ ਧੋਖੇ ਵਾਲੀ ਗੱਲ ਨਹੀਂ। ਮੰਮੀ ਕਹਿੰਦੀ ਆਪਣੀ ਬਹੁਤ ਵੱਡੀ ਮਜਬੂਰੀ ਬਣ ਚੁੱਕੀ ਹੈ, ਜਾਣਾ ਹੀ ਪਵੇਗਾ। ਤੂੰ ਜੋਤ ਨੂੰ ਕਹਿ ਦੇ ਤੇਰਾ ਪਾਸਪੋਰਟ ਬਣਾ ਕੇ ਤੇਰਾ ਬਾਹਰ ਜਾਣ ਦਾ ਇੰਤਜ਼ਾਮ ਕਰ ਦੇਵੇ। ਮੈਂ ਜੋਤ ਨੂੰ ਕਹਿ ਦਿੱਤਾ। ਉਸ ਨੇ ਬਹੁਤ ਜਲਦੀ ਹੀ ਮੇਰਾ ਕੰਮ ਕਰ ਦਿੱਤਾ। ਉਸ ਅਰਬੀ ਮੁੰਡੇ ਨੇ ਐਡਵਾਂਸ ਹੀ ਮੇਰੇ ਅਕਾਊਂਟ ਵਿੱਚ 3 ਲੱਖ ਰੁਪਏ ਭੇਜ ਦਿੱਤੇ। 3 ਲੱਖ ਨਾਲ ਅਸੀਂ ਘਰ ਦਾ ਬਹੁਤ ਸਾਰਾ ਸਮਾਨ ਲੈ ਆਏ। ਮੇਰਾ ਵੀਜ਼ਾ ਆ ਗਿਆ ਤੇ ਜੋਤ ਨੇ ਮੈਨੂੰ ਟਿਕਟ ਲੈ ਦਿੱਤੀ ਤੇ ਮੈਂ ਸਾਊਦੀ ਅਰਬ ਪਹੁੰਚ ਗਈ ਤੇ ਉਹ ਮੁੰਡਾ ਪਹਿਲਾਂ ਹੀ 에ਅਰਪੋਰਟ ਤੇ ਖੜਾ ਸੀ ਮੈਨੂੰ ਲੈ ਕੇ ਜਾਣ ਵਾਸਤੇ। ਮੈਂ ਉਸ ਨੂੰ ਪਹਿਚਾਣਦੀ ਸੀ ਕਿਉਂਕਿ 2-3 ਵਾਰ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਕਰ ਚੁੱਕੀ ਸੀ। ਉਸ ਨੇ ਮੈਨੂੰ ਗੱਡੀ ਵਿੱਚ ਬਿਠਾਇਆ ਤੇ ਆਪਣੇ ਘਰ ਲੈ ਗਿਆ। ਉਸ ਨੇ ਮੈਨੂੰ ਬਹੁਤ ਵਧੀਆ ਖਾਣਾ ਦਿੱਤਾ ਤੇ ਇੱਕ ਕਮਰਾ ਦੇ ਦਿੱਤਾ। ਮੈਂ ਖਾਣਾ ਖਾ ਕੇ ਉੱਥੇ ਸੋ ਗਈ ਤੇ ਸਵੇਰ ਮੇਰੇ ਵਾਸਤੇ ਚਾਹ ਲੈ ਕੇ ਆਇਆ। ਚਾਹ ਪੀ ਕੇ ਮੈਂ ਉਸ ਨੂੰ ਕਿਹਾ ਮੈਨੂੰ ਮੇਰੀ ਡਿਊਟੀ 'ਤੇ ਛੱਡ ਆਓ। ਉਹ ਮੈਨੂੰ ਬਿਰਧ ਆਸ਼ਰਮ ਲੈ ਗਿਆ। 1 ਹਫ਼ਤਾ ਤਾਂ ਮੈਂ ਬਜ਼ੁਰਗਾਂ ਦੀ ਸਾਂਭ ਸੰਭਾਲ ਕੀਤੀ ਤੇ ਆਪਣੀ ਮੰਮੀ ਨਾਲ ਵੀ ਫੋਨ 'ਤੇ ਗੱਲ ਕੀਤੀ ਕਿ ਮੰਮੀ ਮੈਨੂੰ ਬਹੁਤ ਵਧੀਆ ਡਿਊਟੀ ਮਿਲ ਗਈ ਹੈ। ਮੰਮੀ ਵੀ ਖੁਸ਼ ਹੋ ਗਈ। ਅਸੀਂ 10 ਕੁੜੀਆਂ ਉੱਥੇ ਕੰਮ ਕਰਦੀਆਂ ਸੀ ਜੋ ਕਿ ਮੇਰੀ ਹੀ ਉਮਰ ਦੀਆਂ ਸੀ। ਇਸ ਕਰਕੇ ਮੇਰਾ ਜੀ ਵੀ ਲੱਗ ਗਿਆ ਸੀ। ਇੱਕ ਦਿਨ ਮੈਨੂੰ ਉਹ ਅਰਬੀ ਮੁੰਡਾ ਕਹਿੰਦਾ ਅੱਜ ਤੁਹਾਡੀ 2 ਕੁੜੀਆਂ ਦੀ ਡਿਊਟੀ ਕਿਸੇ ਹੋਰ ਪਾਸੇ ਲਾਉਣੀ ਹੈ, ਕਿਸੇ ਦੂਸਰੇ ਬਿਰਧ ਆਸ਼ਰਮ ਦੇ ਵਿੱਚ। ਅਸੀਂ ਉਹਦੇ ਨਾਲ ਤੁਰ ਪਈਆਂ।
ਜਦੋਂ ਅਸੀਂ ਉਸ ਆਸ਼ਰਮ ਦੇ ਵਿੱਚ ਗਈਆਂ ਤਾਂ ਅਸੀਂ ਵੇਖ ਕੇ ਹੈਰਾਨ ਰਹਿ ਗਈਆਂ, ਕਿਉਂਕਿ ਉੱਥੇ ਕੋਈ ਬਜ਼ੁਰਗ ਨਹੀਂ ਸੀ ਤੇ ਸਾਰੇ 35 ਤੋਂ 40 ਸਾਲ ਦੇ ਨੌਜਵਾਨ ਸੀ। ਉੱਥੇ ਜਾ ਕੇ ਉਸ ਮੁੰਡੇ ਨੇ ਸਾਨੂੰ ਜੂਸ ਦਿੱਤਾ ਪੀਣ ਵਾਸਤੇ। ਜੂਸ ਪੀ ਕੇ ਅਸੀਂ ਬੇਹੋਸ਼ ਹੋ ਗਈਆਂ ਤੇ ਸਵੇਰੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੀ ਸਹੇਲੀ ਮੇਰੇ ਨਾਲ ਨਹੀਂ ਸੀ। ਮੇਰੇ ਨਾਲ ਇੱਕ ਇਨਸਾਨ ਸੁੱਤਾ ਹੋਇਆ ਸੀ, ਉਸਦੇ ਕੱਪੜੇ ਵੀ ਨਹੀਂ ਪਾਏ ਸੀ ਤੇ ਮੇਰੇ ਵੀ ਕੱਪੜੇ ਨਹੀਂ ਸੀ ਪਾਏ। ਮੈਂ ਇਹ ਸਭ ਵੇਖ ਕੇ ਉੱਚੀ ਉੱਚੀ ਰੋਣ ਲੱਗ ਪਈ ਤੇ ਮੈਨੂੰ ਰੋਂਦੀ ਸੁਣ ਕੇ ਉਸ ਇਨਸਾਨ ਨੂੰ ਵੀ ਜਾਗ ਆ ਗਈ ਤੇ ਉਹ ਉੱਠ ਕੇ ਬਾਹਰ ਚਲਾ ਗਿਆ। ਉਸ ਨੂੰ ਮੇਰੇ ਰੋਣ ਨਾਲ ਕੋਈ ਫਰਕ ਨਹੀਂ ਪਿਆ। ਮੈਂ ਬਾਹਰ ਨਿਕਲ ਕੇ ਬੈਂਚ ਤੇ ਬੈਠ ਗਈ ਤੇ ਮੈਨੂੰ ਮੇਰੀ ਸਹੇਲੀ ਵੀ ਬਾਹਰ ਮਿਲ ਗਈ। ਮੈਂ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਸਨੇ ਕਿਹਾ ਮੇਰੇ ਨਾਲ ਵੀ ਇਹ ਸਭ ਕੁਝ ਹੋਇਆ। ਅਰਬੀ ਮੁੰਡਾ ਆਇਆ ਤੇ ਸਾਨੂੰ ਗੱਡੀ ਵਿੱਚ ਬਿਠਾ ਕੇ ਆਪਣੇ ਘਰ ਲੈ ਗਿਆ। ਹੁਣ ਤਾਂ ਇਹ ਸਾਡਾ ਹਰ ਰੋਜ਼ ਦਾ ਕੰਮ ਹੋ ਗਿਆ ਸੀ, ਦਿਨੇ ਘਰੇ ਤੇ ਰਾਤ ਨੂੰ ਆਸ਼ਰਮ ਵਿੱਚ। ਤਨਖਾਹ ਮੈਨੂੰ ਮਹੀਨੇ ਦੇ 6 ਲੱਖ ਮਿਲਣ ਲੱਗ ਗਈ। ਜਦੋਂ ਮੈਂ ਮੰਮੀ ਨੂੰ ਪੈਸੇ ਭੇਜਦੀ ਤਾਂ ਮੇਰੀ ਮੰਮੀ ਤੇ ਮੇਰੇ ਛੋਟੇ ਭੈਣ ਭਰਾ ਬਹੁਤ ਖੁਸ਼ ਹੁੰਦੇ। ਮੈਂ ਉਹਨਾਂ ਦੀ ਖੁਸ਼ੀ ਵੱਲ ਦੇਖ ਕੇ ਆਪਣਾ ਦਰਦ ਦਿਲ ਵਿੱਚ ਲੁਕੋ ਲੈਂਦੀ। ਮੰਮੀ ਨੇ ਕਹਿਣਾ ਕਿ ਹੁਣ ਤਾਂ ਆਪਣੇ ਘਰ ਵਿੱਚ ਹਰ ਸੁੱਖ ਸਹੂਲਤ ਮਿਲ ਰਹੀ ਹੈ, ਤੇਰੇ ਛੋਟੇ ਭੈਣ ਭਰਾਵਾਂ ਨੂੰ ਤੇ ਮੈਨੂੰ। ਹੁਣ ਮੈਂ ਨਾ ਤਾਂ ਮਾਂ ਨੂੰ ਦੱਸ ਸਕਦੀ ਸੀ ਕਿ ਮੈਂ ਕਿੱਥੇ ਫਸ ਚੁੱਕੀ ਹਾਂ। ਮੇਰੀ ਮਾਂ ਬਹੁਤ ਖੁਸ਼ ਸੀ ਤੇ ਹੁਣ ਮੈਂ ਆਪਣੀ ਮਾਂ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੀ ਸੀ, ਕਿਉਂਕਿ ਮੈਂ ਆਪਣਾ ਦੁੱਖ ਆਪਣੇ ਨਾਲ ਹੀ ਝੱਲ ਰਹੀ ਸੀ। ਤੇ ਹੁਣ ਮੈਨੂੰ ਇੱਕ ਗੱਲ ਦੀ ਸਮਝ ਆ ਰਹੀ ਸੀ ਕਿ ਜੋ ਔਰਤਾਂ ਜਿਸਮ ਫਰੋਸ਼ੀ ਦਾ ਧੰਦਾ ਕਰਦੀਆਂ ਨੇ ਉਹ ਜਾਣਬੁੱਝ ਕੇ ਨਹੀਂ ਕਰਦੀਆਂ, ਬਲਕਿ ਉਹਨਾਂ ਨੂੰ ਮਜਬੂਰੀ ਵਿੱਚ ਫਸਾਇਆ ਜਾਂਦਾ ਹੈ ਤੇ ਫਸਾਇਆ ਵੀ ਇੰਨਾ ਬੁਰਾ ਜਾਂਦਾ ਹੈ ਕਿ ਸਾਰੀ ਉਮਰ ਇਸ ਵਿੱਚ ਨਿਕਲ ਨਹੀਂ ਸਕਦੀਆਂ। ਲਾਲਚ ਬੰਦੇ ਨੂੰ ਅੰਨਾ ਕਰ ਦਿੰਦਾ ਹੈ, ਇਸ ਲਈ ਸਾਨੂੰ ਅੱਖਾਂ ਬੰਦ ਕਰਕੇ ਇੰਨੀ ਛੇਤੀ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।